गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की एक अमोलक लिखत है, श्री छालोने वाले बाबा जी दे जीवन समाचार, उसका अखीरला भाग। आओ प्यार नाल सरवण करन दी कोशिश करिए जी। अगला है बीमारियां तो वल करना। बीमारियां वल करन दे आप दे कई प्रसंग ਹਨ। नारायण राव नामे सज्जण ਨੂੰ 2 ਵੇਰ ਸਰ ਸ਼ਾਮ ਤੋਂ 1 ਵੇਰੇ ਹੈਜ਼ੇ ਤੋਂ ਰਾਜ਼ੀ ਕੀਤਾ। ਇसी ਤਰ੍ਹਾਂ ਟਿਨਕਰ ਰਾव ਨੂੰ ਅੱਖਾਂ ਦੀ ਤਕਲੀਫ ਤੇ ਪੈਰ ਟੁੱਟਣ ਤੋਂ ਵੱਲ ਕੀਤਾ। ਇਸੇ ਟਿਨਕਰ ਰਾव ਨੂੰ ਤਾਉਨ ਹੋ ਗਿਆ। ਸੰਤ 19 ਮੀਲ ਤੇ ਸਨ। ਚੋਬੇ ਵਿਨਾਇਕ ਰਾव ਜੀ ਪਾਸ ਸਨ। ਘਰ ਦੇ ਉਸ ਨੂੰ ਮੰਜੇ ਤੇ ਪਾ ਕੇ ਸੰਤਾਂ ਪਾਸ ਲੈ ਗਏ। ਆਪ ਨੇ ਕਿਹਾ ਦੁੱਧ ਪਿਲਾਓ। ਉਹ ਬੇਹੋਸ਼ ਸੀ। ਯਤਨ ਕਰਨ ਨਾਲ ਥੋੜਾ ਦੁੱਧ ਮਸਾਂ ਅੰਦਰ ਲੰਘਾਇਆ। ਇਸ ਤੋਂ ਮਗਰੋਂ ਉਹ 2 ਦਿਨ ਵਿੱਚ ਵੱਲ ਹੋ ਗਿਆ। ਇਸੀ ਤਰ੍ਹਾਂ ਦਰਦ ਗੁਰਦਾ, ਹਿਡਕੀ, ਇਨਫਲੂਐਂਜ਼ਾ ਆਦਿ ਤੋਂ ਕਈਆਂ ਨੂੰ ਆਪ ਜੀ ਨੇ ਆਪਣੇ ਬਚਨਾਂ ਨਾਲ ਵੱਲ ਕੀਤਾ। ਵਿਨਾਇਕ ਰਾव ਜੀ ਨੇ ਕਈ ਨਾਮ ਦਿੱਤੇ ਹਨ, ਜਿਹਾ ਕਿ ਪਾਂਡੇ ਉੱਤਮ ਨਾਰਾਇਣ ਵਾਸੀ ਅਟਾਵਾ ਦਾ ਜ਼ਹਿਰੀਲਾ ਫੋੜਾ ਵੱਲ ਕੀਤਾ। ਉਮਾ ਚਰਨ ਦੀ ਪੁਰਾਣੀ ਸਿਰਦਰਦ ਦੂਰ ਕੀਤੀ। ਉਜਾਗਰ ਲਾਲ ਨੂੰ ਆਸੇਬ ਦੱਸਦੇ ਸਨ। ਆਪ ਨੇ ਹੱਥ ਫੇਰ ਕੇ ਵੱਲ ਕਰ ਦਿੱਤਾ। ਦਰਸ਼ਨ ਸਿੰਘ ਦੀ ਪੈਰ ਦੀ ਹੱਡੀ ਉਤਰ ਗਈ। ਆਪ ਨੇ ਬੰਨ੍ਹ ਦਿੱਤੀ ਤੇ 1 ਦਿਨ ਵਿੱਚ ਵੱਲ ਹੋ ਗਿਆ। ਇਸ ਤਰ੍ਹਾਂ 1 ਵੇਰ ਬਹੁਤ ਚੂਹੇ ਮਰਨ ਤੇ ਤਾਉਨ ਫੈਲ ਜਾਣ ਤੇ ਇਸ ਟੱਬਰ ਨੂੰ ਹੁਕਮ ਹੋਇਆ, ਤੁਸੀਂ ਘਬਰਾਓ ਨਹੀਂ, ਸੁਖੀ ਰਹੋਗੇ। ਚੁਨਾਨ 'ਚ ਇਹਨਾਂ ਦੇ ਘਰ ਦੇ ਸਾਰੇ ਬੱਚੇ ਰਹੇ। ਇੱਥੋਂ ਤਾਈਂ ਕਿ 16 ਬਰਸ ਵਿੱਚ ਆਪ ਦੇ ਟੱਬਰ ਵਿੱਚ ਕਦੇ ਡਾਕਟਰ ਨਹੀਂ ਆਇਆ। ਜੋ ਬਿਮਾਰ ਪਿਆ ਆਪ ਪਾਸ ਖਬਰ ਗਈ, ਬਸ ਆਪ ਦੀ ਮਿਹਰਬਾਨੀ ਨਾਲ ਵੱਲ ਹੋ ਜਾਂਦਾ ਰਿਹਾ। ਅਗਲਾ ਹੈ ਅੰਤਰਯਾਮਤਾ। 1 ਵੇਰ ਵਿਨਾਇਕ ਰਾव ਘੋੜੇ ਤੇ ਸਵਾਰ ਹੋਏ। ਇੱਕ ਰਾਜ ਬਹੇ ਦੇ ਪੁਲ ਤੋਂ ਪਾਰ ਹੋਣ ਲੱਗੇ। ਪੁਲ ਕੇਵਲ ਪੈਦਲਾਂ ਲਈ ਸੀ। ਘੋੜਾ ਚਮਕਿਆ, ਰਾਜ ਬਹੇ ਵੱਲ ਨੂੰ ਗਿਆ। ਅਗਲੇ ਪੈਰ ਲਮਕੇ, ਪਿਛਲੇ ਅਟਕੇ ਰਹੇ। ਪਾਣੀ ਬੰਦ ਸੀ, ਪਰ ਹੇਠਾਂ ਬੜੇ ਬੜੇ ਪੱਥਰ ਸਨ। ਇਸ ਹਾਲਤ ਵਿੱਚ ਆਪ ਨੇ ਸੰਤਾਂ ਦੀ ਦੁਹਾਈ ਦਿੱਤੀ ਤੇ ਘੋੜਾ ਸਹੀ ਸਲਾਮਤ ਹੇਠਾਂ ਜਾ ਖਲੋਤਾ ਤੇ ਸਵਾਰ ਥੱਲੇ ਨਾ ਡਿੱਗਾ। ਵਧੇਕ ਅਚਰਜਤਾ ਇਸ ਵਿੱਚ ਚੋਬੇ ਜੀ ਦੱਸਦੇ ਹਨ, ਉਹ ਇਹ ਹੈ ਕਿ ਜਦ ਮੈਂ ਸੰਤਾਂ ਪਾਸ ਪਹੁੰਚਾ ਤਾਂ ਕਹਿਣ ਲੱਗੇ, ਕਿਉਂ ਐਸੀਆਂ ਜਗ੍ਹਾ ਤੇ ਘੋੜਾ ਲੈ ਜਾਂਦਾ ਹੈ, ਆਪਣੀ ਜਾਨ ਦਾ ਕਿਉਂ ਦੁਸ਼ਮਣ ਬਣਦਾ ਹੈ। ਜਿਸ ਤੋਂ ਚੋਬੇ ਜੀ ਨੂੰ ਸੰਤਾਂ ਦੇ ਸਹਾਇਕ ਅੰਤਰਯਾਮੀ ਹੋਣ ਦਾ ਭਰੋਸਾ ਹੋਰ ਵੱਧ ਗਿਆ। ਅਗਲਾ ਹੈ ਹੋਰ ਕਰਾਮਾਤਾਂ। ਇਸ ਤਰ੍ਹਾਂ ਬ੍ਰਿਛ ਦੇ ਲੜੇ ਨੂੰ ਵੱਲ ਕਰਨਾ, ਸਭ ਤੋਂ ਰੱਖਿਆ ਕਰਨੀ, ਸਭ ਦੇ ਮਾਰੇ ਨੂੰ ਜਵਾਉਣਾ ਆਦਿ ਹੱਡੀ ਵਰਤੇ ਤੇ ਅੱਖੀਂ ਡਿੱਠੇ ਮਾਜਰੇ ਲੋਕੀ ਦੱਸਦੇ ਹਨ। ਫਿਰ ਆਪ ਲਿਖਦੇ ਹਨ ਕਿ 1 ਵੇਰ ਉਦਾਸੀ ਸੰਤਾਂ ਦਾ ਪੰਚਾਇਤੀ ਅਖਾੜਾ ਇਲਾਹਾਬਾਦ ਜਾ ਰਿਹਾ ਸੀ। ਮਹੰਤ ਜੈ ਰਾਮਦਾਸ ਦੀ ਜ਼ੁਬਾਨੀ ਸਾਖ ਹੈ ਕਿ ਸੰਤਾਂ ਦੇ ਦਰਸ਼ਨ ਕਰਕੇ ਉਹਨਾਂ ਨੇ ਆਪਣੇ ਧੰਨੇ ਭਾਗ ਜਾਣੇ ਤੇ ਆਖਿਆ ਕਿ ਐਸਾ ਬਜ਼ੁਰਗ ਸੰਤ ਅਸਾਂ ਕਦੇ ਨਹੀਂ ਡਿੱਠਾ। ਆਪ ਕਈ ਵੇਰ ਅੰਨ ਪਾਣੀ ਤੋਂ ਬਿਨਾਂ ਵੀ ਰਹਿੰਦੇ, ਕਦੇ ਨਾਤੀ ਧੋਤੀ ਆਦਿ ਕਿਰਿਆ ਵੀ ਕਰਦੇ। ਕਈ ਵੇਰ ਸਿਆਲ ਵਿੱਚ ਰਾਤ ਦੀ ਤਰੇਲ ਵਿੱਚ ਪਏ ਪਾਣੀ ਨਾਲ ਨਹਾਉਂਦੇ ਤੇ ਸਰਦੀ ਨਾ ਲੱਗਦੀ। ਇਸ ਤਰ੍ਹਾਂ ਕਿਤਨੇ ਹੀ ਵਾਕਿਆਤ ਪ੍ਰੇਮੀਆਂ ਦੇ ਮੁਕੱਦਮਿਆਂ ਤੋਂ ਬਚਣ ਤੇ ਔਕੜਾਂ ਵੇਲੇ ਸਹਾਇਤਾ ਦੇ ਆਪ ਬਾਬਤ ਪ੍ਰਸਿੱਧ ਹਨ। ਅਗਲਾ ਹੈ ਗੁਰਬਾਣੀ ਪ੍ਰਚਾਰ। ਚੋਬੇ ਜੀ ਦੱਸਦੇ ਸੇ ਕਿ ਸਾਨੂੰ ਸੁਖਮਨੀ ਸਾਹਿਬ ਦਾ ਪਾਠ ਸਭ ਤੋਂ ਪਹਿਲਾ ਸਾਧਨ ਦੱਸਿਆ ਗਿਆ ਸੀ। ਫਿਰ ਆਪ ਨਾਮ ਪ੍ਰਾਪਤ ਹੋਏ। ਆਪ ਪਾਸ ਸੇਵਕ ਕਈ ਵੇਰੀ ਸਾਧਾਰਨ ਭਜਨ ਪੜ੍ਹਦੇ ਸਨ, ਪਰ ਆਪ ਨੇ ਫਰਮਾਇਆ ਕਿ ਗੁਰਬਾਣੀ ਦੇ ਸ਼ਬਦ ਗਾਓ। ਔਰ ਜੋਟੀਆਂ ਦੇ ਸ਼ਬਦ ਪੜ੍ਹਨ ਦੇ ਰਹਾ ਦਾ ਤਰੀਕਾ ਵੀ ਆਪ ਨੇ ਦੱਸ ਦਿੱਤਾ, ਜਿਸ ਨਾਲ ਸ਼ਬਦ ਕੀਰਤਨ ਦਾ ਪ੍ਰਚਾਰ ਸੌਖਾ ਹੋ ਗਿਆ। ਫਿਰ ਆਪ ਨੇ ਆਪਣੀ ਰਸਨਾ ਤੋਂ ਗੁਰੂ ਸਾਹਿਬਾਨ ਦੇ ਪ੍ਰਸੰਗ ਸੁਣਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਵਰਣਨ ਕੀਤੀ ਤੇ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਨਾਲ ਹੁਕਮ ਹੋਇਆ ਕਿ ਰੋਜ਼ ਪਾਠ ਕੀਤਾ ਕਰੋ। ਇਸ ਤਰ੍ਹਾਂ ਉਸ ਥਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਹੋਇਆ। ਫਿਰ 1 ਵੇਰ ਕੁਝ ਗੁਰੂ ਕੇ ਸਿੱਖ ਆਏ। ਉਹਨਾਂ ਨੂੰ ਕਹਿ ਕੇ 10 ਗੁਰੂ ਸਾਹਿਬਾਨ ਦਾ ਇਤਿਹਾਸ ਮੰਗਵਾ ਦਿੱਤਾ। ਅਗਲਾ ਹੈ ਪਰਜਾ ਪਿਆਰ।
ਇੱਕ ਵਾਕਿਆ ਆਪ ਦੇ ਪਰਜਾ ਪਿਆਰ ਦਾ ਇਸ ਪ੍ਰਕਾਰ ਹੈ। ਪੂਰਬ ਵੱਲ ਤਾਲੁਕੇਦਾਰ ਹੁੰਦੇ ਹਨ ਤੇ ਕਾਸ਼ਤਕਾਰ ਜ਼ਮੀਂਦਾਰ ਦਾ ਜ਼ਮੀਨ ਤੇ ਕੋਈ ਹੱਕ ਮਾਲਕੀ ਨਹੀਂ ਹੁੰਦਾ। ਪਰ ਚੋਬੇ ਜੀ ਦੱਸਦੇ ਹਨ ਕਿ ਆਪ ਨੇ ਕਿਤਨੇ ਰਾਹਕ ਮੋਰੂਸੀ ਕਰ ਦਿੱਤੇ ਤੇ ਕੁਝ ਰਾਹਕਾਂ ਦੇ ਲੜਕੇ ਪੜ੍ਹਾ ਕੇ ਆਪਣੇ ਕੰਮਾਂ ਤੇ ਲਾ ਦਿੱਤੇ। ਮੋਰੂਸੀ ਉਹ ਰਾਹਕ ਹੁੰਦੇ ਹਨ ਜੋ ਜ਼ਮੀਨ ਦੇ ਮਾਲਕ ਤਾਂ ਨਹੀਂ ਹੁੰਦੇ, ਪਰ ਤਾਲੁਕੇਦਾਰ ਉਹਨਾਂ ਨੂੰ ਬੇਦਖਲ ਨਹੀਂ ਕਰ ਸਕਦਾ। ਇਸ ਤਰ੍ਹਾਂ ਕਈਆਂ ਨੂੰ ਵਿਆਹ ਛੱਡ ਦਿੱਤਾ। ਇਹ ਸਭ ਕੰਮ ਸੰਤਾਂ ਦੀ ਮਿਹਰ ਨਾਲ ਹੋਏ। ਇਸੀ ਤਰ੍ਹਾਂ ਇੱਕ ਵਾਰੀ ਸੰਤਾਂ ਨੂੰ ਬਾਗਾਂ ਵਿੱਚ ਫਿਰਦਿਆਂ ਰਈਅਤ ਦੇ ਕੁਝ ਆਦਮੀਆਂ ਨੇ ਆਪਣੇ ਦੁੱਖ ਸੁਣਾਏ ਕਿ ਚੋਬੇ ਜੀ ਦੇ ਕਾਰਿੰਦੇ ਸਾਡੇ ਤੇ ਜ਼ੁਲਮ ਕਰਦੇ ਹਨ। ਇਹ ਸਭ ਕੁਝ ਸੁਣਦੇ ਰਹੇ। ਹੋਰ ਲੋਕ ਮਹਾਤਮਾ ਜਾਣ ਕੇ ਆਉਂਦੇ ਤੇ ਹਾਲ ਦੱਸਦੇ ਰਹੇ। ਉੱਥੇ ਬੈਠੇ ਹੀ ਆਪ ਨੇ ਚੋਬੇ ਜੀ ਨੂੰ ਬੁਲਾ ਭੇਜਿਆ ਤੇ ਜਿੱਥੇ ਸਾਰੇ ਬੈਠੇ ਸੇ ਇੱਕ ਪੱਥਰ ਤੇ ਆਪ ਬੈਠ ਗਏ। ਫਿਰ ਸੰਤਾਂ ਨੇ ਪੁੱਛਿਆ, ਬੋਲੋ, ਇੱਥੇ ਜਵਾਬ ਦਿਓਗੇ ਕਿ ਉੱਥੇ? ਇੱਥੇ ਮੌਕਾ ਹੈ ਕਿ ਲੇਖਾ ਚੁਕਾ ਸਕੋ ਤੇ ਅੱਗੇ ਪਕੜ ਨਾ ਹੋਵੇ। ਉੱਥੇ ਮੌਕਾ ਨਹੀਂ ਹੋਵੇਗਾ ਕਿ ਲੇਖਾ ਚੁਕਾ ਸਕੋ। ਚੋਬੇ ਜੀ ਨੇ ਬਿਨੈ ਕੀਤੀ ਕਿ ਮੌਕਾ ਤਾਂ ਹੁਣ ਚੰਗਾ ਹੈ, ਪਰ ਮੈਂ ਕਰਾਂ ਕਿਵੇਂ? ਸੰਤ ਕਹਿਣ ਲੱਗੇ, ਜੋ ਤੂੰ ਰਈਅਤ ਨੂੰ ਮਿਲਦਾ ਨਹੀਂ ਤੇ ਅੰਦਰ ਬਹਿ ਗਿਆ ਹੈ, ਉਹ ਛੱਡ, ਆਪ ਕੰਮ ਕਰ ਤੇ ਰਈਅਤ ਵਿੱਚ ਆਪ ਫਿਰ। ਚੋਬੇ ਜੀ ਤਦੋਂ ਏਕਾਂਤ ਸੇਵੀ ਹੋਏ ਸਨ ਤੇ ਦੱਸਦੇ ਸਨ ਕਿ ਮੈਂ ਹੁਕਮ ਮੰਨ ਕੇ ਐਸਾ ਹੀ ਕੀਤਾ। ਫਿਰ ਤਾਂ ਮੈਨੂੰ ਪਤਾ ਲੱਗ ਗਿਆ ਕਿ ਕਾਰਿੰਦੇ ਸੱਚਮੁੱਚ ਜ਼ੁਲਮ ਕਰਦੇ ਸਨ। ਇਸ ਵਾਕਿਆ ਦਾ ਭਾਵ ਇਹ ਹੈ ਕਿ ਚੋਬੇ ਭਜਨ ਕਰਦਾ ਸੀ ਤੇ ਸੇਵਾ ਵਿੱਚ ਲੱਗਾ ਰਹਿੰਦਾ ਸੀ। ਇਤਨਾ ਅਮੀਰ ਹੋ ਕੇ ਲੰਗਰ ਦੇ ਪ੍ਰਸ਼ਾਦ ਦੀ ਸੇਵਾ ਆਪ ਕਰਦਾ ਸੀ। ਤਦ ਵੀ ਸੰਤਾਂ ਨੇ ਸਿਖਾਇਆ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਰਈਅਤ ਵਿੱਚ ਆਪ ਕੰਮ ਕਰ ਜੋ ਲੋਕ ਸੁਖੀ ਹੋਣ। ਤਦ ਕੰਮ ਕਰਦਾ ਭਜਨ ਵਿੱਚ ਰਹੋ। ਉਸ ਦੇ ਭਜਨ ਨੂੰ ਤਾਂ ਆਪ ਨੇ ਸਲਾਇਆ, ਪਰ ਪਰਜਾ ਵੱਲ ਦੇ ਫਰਜ਼ ਨੂੰ ਜੋ ਢਿੱਲਾ ਪੈ ਰਿਹਾ ਸੀ, ਸੁਰਜੀਤ ਕਰ ਦਿੱਤਾ। ਇਹ ਉਹ ਭੁੱਲ ਸੀ ਜੋ ਗੋਪੀ ਚੰਦ ਨੂੰ ਪਰਮਾਰਥ ਸਿੱਧੀ ਲਈ ਰਾਜ ਭਾਗ ਛੁਡਾ ਕੇ ਬਨਾਂ ਵਿੱਚ ਘੱਲ ਦੇਣ ਵਿੱਚ ਹੋਈ ਸੀ। ਗੁਰਸਿੱਖੀ ਦੇ ਮਹਿਰਮ ਛਾਲੋਨੇ ਵਾਲੇ ਬਾਬਾ ਜੀ ਨੇ ਇੱਥੇ ਉਹ ਭੁੱਲ ਨਹੀਂ ਹੋਣ ਦਿੱਤੀ। ਭਜਨਵਾਨ ਨੂੰ ਰਈਅਤ ਦਾ ਆਪ ਕੰਮ ਕਰਨ ਦਾ ਹੁਕਮ ਦਿੱਤਾ। ਅਗਲਾ ਹੈ, ਇੱਕ ਵਰੇ ਦੀ ਲੜਕੀ ਤੋਂ ਗੱਲਾਂ ਕਰਵਾਈਆਂ। ਆਪ ਦੀਆਂ ਕਰਾਮਾਤਾਂ ਜੋ ਉਸ ਪਾਸੇ ਬੇਗਿਣਤ ਪ੍ਰਸਿੱਧ ਹਨ ਔਰ ਅੱਖੀ ਦੇਖਣ ਤੇ ਹੱਡੀ ਬੀਤਣ ਵਾਲੇ ਦੱਸਦੇ ਹਨ। ਵਿੱਚੋਂ ਇੱਕ ਇਹ ਹੈ ਕਿ ਆਪ ਨੇ ਇੱਕ ਨਾਰਾਇਣ ਰਾਓ ਦੀ ਲੜਕੀ ਤੋਂ ਜੋ 1 ਬਰਸ ਦੀ ਸੀ ਗੱਲਾਂ ਕਰਾ ਦਿੱਤੀਆਂ ਔਰ ਉਸਨੇ ਅੱਗੋਂ ਜਵਾਬ ਦਿੱਤੇ ਤੇ ਸਿਆਣਿਆਂ ਵਾਂਗੂ ਬੋਲ ਕੇ ਆਪਣੇ ਪਿਛਲੇ ਜਨਮ ਦਾ ਹਾਲ ਦੱਸਿਆ। ਫਿਰ ਉਸੇ ਤਰ੍ਹਾਂ ਹੋ ਗਈ। ਅਗਲਾ ਹੈ, ਚੋਬੇ ਜੀ ਦੀ ਪਹਿਲੀ ਸ੍ਰੀ ਹਰਮੰਦਰ ਯਾਤਰਾ। ਚੋਬੇ ਜੀ ਜਿਉਂ-ਜਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿੱਚ ਲੱਗੇ, ਤਿਉਂ-ਤਿਉਂ ਆਨੰਦ ਦੇ ਨਾਲ ਸਤਿਗੁਰਾਂ ਨਾਲ ਪ੍ਰੀਤ ਵਧੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚਾਉ ਉਮਲੇ। ਜਦ ਸੰਤਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਹਿਤ ਯਾਤਰਾ ਬਾਬਤ ਕਿਹਾ ਤਾਂ ਆਖਣ ਲੱਗੇ, ਬੜਾ ਰੁਪਇਆ ਲੱਗੇਗਾ, ਰਈਅਤ ਤੇ ਬੋਝ ਵਧੇਗਾ, ਤੇਰੀ ਗੈਰ ਹਾਜ਼ਰੀ ਵਿੱਚ ਕਾਰਿੰਦੇ ਫਿਰ ਕੁਝ ਦਾਅ ਲਾਉਣਗੇ। ਪਰ ਜਦ ਚੋਬੇ ਜੀ ਨੇ ਕਿਹਾ ਕਿ ਮੈਂ ਇੱਕ ਕੰਬਲੀ ਤੇ ਇੱਕ ਗੜਵੀ ਲੈ ਕੇ ਜਾਵਾਂਗਾ ਤੇ ਗਰੀਬ ਯਾਤਰੀ ਵਾਂਗੂ ਸਫ਼ਰ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਾਜ਼ਰੀ ਭਰਾਂਗਾ ਤੇ ਛੇਤੀ ਮੁੜ ਆਵਾਂਗਾ, ਤਾਂ ਖੁਸ਼ ਹੋ ਕੇ ਆਗਿਆ ਦੇ ਦਿੱਤੀ। ਸੋ ਚੋਬੇ ਜੀ ਆਮ ਫਕੀਰਾਨਾ ਰੰਗ ਵਿੱਚ ਬਹੁਤ ਹੀ ਘੱਟ ਖਰਚ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰ ਗਏ ਔਰ ਉਹ ਆਨੰਦ ਲੈ ਗਏ ਜੋ ਹਰਿਮੰਦਰ ਦੇ ਦਰਸ਼ਨ ਤੇ ਕੀਰਤਨ ਤੋਂ ਸਦਾ ਮਿਲਦਾ ਹੈ। ਇੱਥੇ ਵੀ ਸੰਤਾਂ ਦਾ ਪਰਜਾ ਨਾਲ ਦਰਦ ਕੈਸਾ ਸਫੁੱਟ ਹੈ। ਦਰਬਾਰ ਸਾਹਿਬ ਦੀ ਯਾਤਰਾ ਵਿੱਚ ਤਾਂ ਆਪ ਖੁਸ਼ ਸਨ, ਪਰ ਚਾਹੁੰਦੇ ਸਨ ਕਿ ਗਰੀਬੀ ਵਿੱਚ ਕਰੇ। ਸੋ ਪਤਾ ਲੱਗਾ ਹੈ ਕਿ ਚੋਬੇ ਜੀ ਤਦੋਂ ਸਾਧੂਆਂ ਵਾਂਗੂ ਹੀ ਆਏ ਸੇ। ਅਗਲਾ ਹੈ, ਇੱਕ ਮੁਸਲਮਾਨ ਦਰਜੀ ਦਾ ਸੁਧਾਰ। ਇੱਕ ਮੁਸਲਮਾਨ ਦਰਜੀ ਬਹੁਤ ਬੁਰੇ ਆਚਰਣ ਦਾ ਸੀ। ਇਸ ਨੂੰ ਚੋਬੇ ਜੀ ਨੇ ਸੰਤਾਂ ਦੇ ਕੱਪੜੇ ਸੀਵਣ ਲਈ ਕਿਹਾ, ਪਰ ਆਖਿਆ ਕਿ ਦੂਰੋਂ ਦੇਖ ਕੇ ਹੀ ਸੀ ਲੈਣਾ, ਨਾਪ ਨਹੀਂ ਲੈਣਾ। ਜੇ ਕੱਪੜੇ ਠੀਕ ਆ ਗਏ ਤਾਂ ਇਨਾਮ ਮਿਲੇਗਾ। ਜਦ ਉਹ ਕੱਪੜੇ ਸੀ ਲਿਆਇਆ ਤਾਂ ਕੱਪੜੇ ਠੀਕ ਆਏ। ਉਹ ਇਨਾਮ ਮੰਗਣ ਲੱਗਾ ਤਾਂ ਚੋਬੇ ਨੇ ਕਿਹਾ ਕਿ ਸੰਤਾਂ ਵੱਲ ਵੇਖ, ਮਨ ਨੀਵਾਂ ਕਰ ਤੇ ਦਿਲ ਵਿੱਚ ਅਰਦਾਸ ਕਰ
कि मेरी बदी छुट जावे ते मैं रब दा प्यार करन वाला बन जावां। खैर जदों घर गया तां ऐसा भाणा वरतिया कि उसदे ऐब छुट गए ते उसनूं हज दा चाव उपजिया। फिर संतां पास आया। संतां ने हुण चोबे जी तो हिसाब करवा के पिछली बाकी चुकवा दित्ती, कुछ होर रुपया दिवा दिता ते उसनूं कहण लगे, देख भाई, जो कुछ हई, जो लभना हई वो तां दिल विच है। दिल खोज, जिथे तू चलिया है मकान है, देखा पर अपनी वोटी नूं नाल लिजाई, इकल्ला ना जाई। मुड़ जद ਉਹ हज करके आ गया ਤਾਂ ਉਹ ਜੋ ਸੰਤਾਂ ਦਾ ਉਪਦੇਸ਼ ਸੀ ਦਿਲ ਖੋਜ ਉਸਦਾ ਐਸਾ ਅਸਰ ਪਿਆ ਕਿ ਦੋਵੇਂ ਮੀਆਂ ਬੀਬੀ ਖੁਦਾ ਪਰਸਤ ਹੋ ਗਏ। ਮੁਸਲਮਾਨਾਂ ਬਾਬਤ ਸੰਤਾਂ ਨੇ ਇੱਕ ਵੇਰ ਫਰਮਾਇਆ ਸੀ ਕਿ ਇਹਨਾਂ ਵਿੱਚ ਇੱਕ ਵੱਲ ਜੋ ਨਿਗਾਹ ਹੈ ਉਹ ਚੰਗੀ ਗੱਲ ਹੈ, ਅਨੇਕ ਪਾਸੇ ਨਜ਼ਰ ਨਹੀਂ ਚਾਹੀਏ। ਅਗਲਾ ਹੈ ਕਰਾਮਾਤੀ ਰੰਗ। ਕਰਾਮਾਤੀ ਰੰਗ ਦੇ ਹਾਲਾਤ ਵਿੱਚ ਆਪ ਜੀ ਦੀ ਬਾਬਤ ਪ੍ਰਸਿੱਧ ਹੈ ਕਿ ਕਈ ਵੇਰ ਪ੍ਰੀਖਿਆ ਕਰਨ ਵਾਲੇ ਦਿਲ ਚਲਿਆਂ ਨੇ ਆਪ ਨੂੰ ਧਤੂਰਾ, ਸੰਖਿਆ ਆਦਿ ਜ਼ਹਿਰ ਦੇ ਦਿੱਤੇ। ਇਹ ਨਾਮੁਨਾਸਬ ਵਰਤਾਓ ਲਖਣਾ ਪਿੰਡ, ਸੰਭਰ, ਕੁਆਵਾਂ, ਬਾਟ ਆਦਿ ਪਿੰਡਾਂ ਵਿੱਚ ਹੋਏ, ਪਰ ਆਪ ਨੂੰ ਕਦੇ ਜ਼ਹਿਰ ਨਹੀਂ ਚੜਿਆ ਤੇ ਨਾ ਨਸ਼ਾ ਆਇਆ। ਪਿੰਡ ਵਿੱਚ ਜੋ ਛਲੋਨਾ ਨਾਮੇ ਥਾਂ ਹੈ ਉੱਥੇ ਇੱਕ ਮੰਦਰ ਤੇ ਤਲਾਅ ਹੈ। ਤਲਾਅ ਦੇ ਨੇੜੇ ਹੀ ਸੰਤਾਂ ਦੀ ਧੂਣੀ ਹੈ। ਇਸੇ ਕਰਕੇ ਹੀ ਆਪ ਦਾ ਨਾਮ ਲੋਕਾਂ ਨੇ ਛਾਲੋਨੇ ਵਾਲੇ ਬਾਬਾ ਜੀ ਪਾਇਆ ਹੋਇਆ ਸੀ। ਇੱਥੇ ਸ਼ਿਕਾਰ ਦੀ ਆਗਿਆ ਨਹੀਂ ਸੀ। ਦੋ ਫੌਜੀ ਸਿਪਾਹੀਆਂ ਨੇ ਕੋਈ ਪੰਛੀ ਮਾਰਨੇ ਲਈ ਬੰਦੂਕ ਚਲਾਈ। ਦੋ ਸੱਪ ਉੱਥੋਂ ਨਿਕਲੇ ਤੇ ਉਹਨਾਂ ਦੇ ਮਗਰ ਪੈ ਗਏ। ਇਹ ਦੋਵੇਂ ਸਰਪਟ ਦੌੜ ਕੇ ਸੰਤਾਂ ਦੀ ਸ਼ਰਨ ਜਾ ਪਏ ਤਾਂ ਸੱਪਾਂ ਨੇ ਪਿੱਛਾ ਛੱਡਿਆ। ਅਗਲਾ ਹੈ ਉਪਦੇਸ਼। ਉਪਦੇਸ਼ ਦੀ ਕਿਸਮ ਦੇ ਆਪ ਦੇ ਵਾਕ ਇਸ ਪ੍ਰਕਾਰ ਮਿਲਦੇ ਹਨ। ਪਹਿਲਾ, 8 ਯੋਗ ਦੇ ਅਭਿਆਸ ਨਾਲ ਸਰੀਰ ਅਰੋਗ ਰਹਿੰਦਾ ਹੈ, ਤਾਕਤ ਬਣੀ ਰਹਿੰਦੀ ਹੈ, ਪਰ ਪਰਮੇਸ਼ਰ ਦਾ ਮਿਲਾਪ ਉਸਦੇ ਹੁਕਮ ਨਾਲ ਹੈ। ਉਸਦੇ ਹੁਕਮ ਦੀ ਪ੍ਰਾਪਤੀ ਉਸ ਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ। ਵਿਸ਼ਵਾਸ ਨਾਮ ਭਗਤੀ ਦਾ ਹੈ। ਭਗਤੀ ਦਾਨ ਪਰਮਾਤਮਾ ਪਾਸੋਂ ਮੰਗਣਾ ਲੋੜੀ। ਦੂਸਰਾ, ਆਮ ਭਜਨਾਂ ਤੇ ਮਹਾਂਪੁਰਖਾਂ ਦੇ ਸ਼ਬਦਾਂ ਦਾ ਫਰਕ ਹੈ। ਪਹਿਲੇ ਦੇ ਵਾਕ ਨਿਆਣੇ ਦੇ ਹੱਥ ਨਾਲ ਸਿੱਟੇ ਤੀਰ ਹਨ, ਦੂਸਰੇ ਸੂਰਮੇ ਦੇ ਚਲਾਏ ਤੀਰ ਹਨ। ਤੀਸਰਾ, ਜੇ ਕੋਈ ਭਗਤੀ ਨਾਮਵਰੀ ਲਈ ਕਰੇ ਤਾਂ ਜਸ ਮਿਲੇਗਾ, ਜੇ ਨਿਸ਼ਕਾਮ ਕਰੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਚੌਥਾ, ਦਿਲ ਵਿੱਚ ਵਾਹਿਗੁਰੂ ਗਿਆਨ ਦਾ ਪ੍ਰਕਾਸ਼ ਆ ਕੇ ਫਿਰ ਅੰਧੇਰਾ ਨਹੀਂ ਪੈਂਦਾ। ਪੰਜਵਾਂ, ईश्वर पूजा हमें छड़ के करनी चाहिए, जैसे गुरु जी का हुक्म है, हर आपे ठाकुर हर आपे सेवक जी, क्या नानक जंत विचारा। छेवां, कोई 2 दीवे बाल के उन्हां दी लाट पर ध्यान जोड़ रहा सी। आपने देख के फरमाया, भजन पर दिल लगाओ, जीवन इस तरह के कामां ते ना खोवो। सतवां, एक भजन वाले सज्जण ਨੂੰ आपने ਕਿਹਾ ਕਿ ਭਜਨ ਵਾਲੇ ਨੂੰ ਮੂੰਹ ਸੋਚ ਕੇ ਖੋਲਣਾ ਚਾਹੀਏ। ਸ਼ਕਤੀ ਪੈਦਾ ਹੋ ਜਾਏ ਤਾਂ ਉਸ ਦੇ ਗੁੱਸੇ ਗਿਲੇ ਦਾ ਅਸਰ ਪੈ ਜਾਂਦਾ ਹੈ। ਭਾਵ ਹੈ ਕਿ ਬੰਦਗੀ ਵਾਲਾ ਪੁਰਖ ਵਰ ਸ਼ਰਾਬ ਦੇ ਵਾਕ ਮੂੰਹੋਂ ਨਾ ਕੱਢਿਆ ਕਰੇ। 8ਵਾਂ, ਘਰ-ਬਾਰ ਛੱਡ ਕੇ ਬਾਹਰ ਜੰਗਲ ਵਿੱਚ ਜਾ ਕੇ ਤਪ ਕਰਨ ਦੇ ਵਿਸ਼ੇ ਪਰ ਆਪਨੇ ਫਰਮਾਇਆ, जोर न सुरती ज्ञान विचार, जोर न जुगती छुटे संसार। भजन करो, वहम न करो, दलीला ना छांटो, हठ न सोचो, बंदगी बस है। 9वां, चोबे राव भिख्या पींदा है ते थुक्या करदा सी। आपने एक दिन उसनूं ऐदां करदे तकिया ते बोले, अन जैसी शै आदमी नाल लग के गंदी ते थुकण लायक हो जाती है, ते इंसान जो ऐसा नापाक है वो किस शै ते थुकदा है। कुछ होश चाहिए। चोबे जी नूं इशारा समझ विच आ गया। उस दिन तो भिख्या पीनी छुट गई। 10वां, किसी दे घर औलाद ना होण ते बिनय होण ते औलाद होवे।
आपने फरमाया कि उसका विश्वास एक पर नहीं पटकता है। जद एक पर विश्वास हो जाए तो एक कोई बड़ी बात नहीं कि औलाद हो जाए। 11वां, एक वेर फरमाया कि कंध विच एक छेक है जिस थी प्रकाश आउंदा है। उस प्रकाश की सदार विच सैकड़े चेहरे दिसदे हन। जद नज़र इथों हट जाए तो वो कुछ नहीं दीदा, ते जे कंध ही ना रहे तो फिर डर ही कादा। कि सचियारा होई है कि कूड़ा टुटे पाल, हुक्म रजाई चलना नानक लिखिया नाल। जद कूड़ दी कंध टुट जाए तो फिर भुलावे नहीं दिसदे, पर कंध किकू टुटे। जुगत ये है कि एक वाहिगुरु दे हुक्म ते टुरे ते एक भरोसा धारण करे। अगला है होर हालात। पुरानी छावनी रवालपुर विच कोई 5 मील ते नदी दे किनारे राय साहब मुंशी गणपत राय ने अपने वास्ते कोठी बनवाई सी। आप दी शरदा संतां पर बड़े कमाल दी सी। इत्थे संतां ने कई साल अपनी धूनी रखी ते टिके रहे। आप दे चलाने मगरों इत्थे राय साहब ने आप दी मूर्ति स्थापन की। आपने अपने परिवार समेत संतां दे सत्संग ते मेहर तो बहुत लाभ उठाया। चलाने तो कुछ दिन पहला संतां दे आपने आखिरी दर्शन कीते, फिर देहांत पर दर्शन पाए। संतां दी छतरी भाव समाद दे आप ट्रस्टी होके सेवा करते रहे। छतरी दे प्रेसिडेंट महाराज गवालियर सन जो हुण गुजर गए हैं। अगला है महाराजा गवालियर ने दीखिया लई। चोबे राव जी साख भरदे हन कि महाराजा गवालियर ने छालोने वाले बाबा जी तो दीखिया लई सी। मैं आप उन्हां नूं गुरमुख हुंदे डिठा है ते सुखमनी साहब दा पाठ भी करदे महाराज नूं डिठा है। सरदार पूरन सिंह जी जो गवालियर रहे हन दसदे सन कि महाराज सुखमनी साहब दा पाठ आप दे उपदेश मिलन ते करया करदे सन। इस गल दी साख साहिब बहादुर कान सिंह जी ने भी भरी सी। चोबे राव जी ये भी दसदे हन कि महाराज साहब आप दी चरण पादका यानी खड़ावां ते मूर्ति दा पूजन करदे भी उसने वेखे सन। अगला है अंतले दिन चलाना ते यादगार। पहले पहल श्री संत जी महाराज गहरे बना विच रहे हन, फिर कदे कदे किसी नूं दर्शन होण लगे। बना विच अक्सर दिगंबर रहंदे सन। अंदावां दर्शन देण तो पहला पधावर दे राजा साहब आप दी चरण शरण प्राप्त होए ते उसने बहुत सेवा करके लाभ उठाया। कपड़े आप नूं इस राजे ने पहनवाए ते सहजे सहजे आप फिर दर्शन देण लग पे। 1923 तो 1928 दे विच पिंड तवार गवालियर दे पहाड़ चंबल दे किनारे ते आगरा जिले दे फतेहाबाद कंदूरा नौगांव पदरा आदि दे जंगल मैदानां विच विचरदे कदे कदे किसे दी नज़र पै जांदे सन। अक्सर लोग आप नूं कई 100 बरस तो वडेरे चिरंजीवी ख्याल करदे सन। जदों तो आप प्रगट होए गरीबां मुसीबत मारियां ते दुखियां दी सहायता नूं अपड़दे रहे ते जे किसे पर किरपालू होए सदगति दे रस्ते पाया तो सुखमनी साहब दे लड़ लाया ते गुरबाणी विच परो दिता। चुनांचे अंदावे विच चोबे विनायक राव जी ने सानू आप दसिया सी कि संतां दे दर्शन होण वाले थां दिन रात सुखमनी साहब दा अखंड पाठ होंदा रहंदा है। आप दा चलाना पोवदी 5वीं संमत 1974 बिक्रमी नूं होया। 18 साल आप दी सोबत ते सत्संग दा लाभ आम तौर ते खुला लोकां नूं प्राप्त होंदा रहा, जिस विच राय गजपत वर्गे महान अहुदेदार ते महाराजा गवालियर वर्गे राजे फैजियाब होए। गवालियर विच इस महाराजा साहब दा स्थापित कीता गुरुद्वारा कायम है। इतनी तपस्या करके इतनी पवित्रता वाले हो के इतनी बाणी ते नाम दे रसमई ते शक्ति संपन्न जिंदगी दे मालक हो के आपने अपना हसब नसब ते नाम तक किसी नूं नहीं दसिया। किसे थां आप नूं नंगे बाबा जी सददे सन, किसे थां गच्छी वाले ते आम छालोने वाले बाबा जी। ये नाम भी लोकां ने आपे रख लए सन। एक वेर बच्चियां नाल खेलदे आप दे मूहों निकलिया सी कि साडे घर विच सोने चांदी दियां लकड़ियां लगियां सन,
ਜਿਸ ਤੋਂ ਅਨੁਮਾਨ ਕੀਤਾ ਗਿਆ ਸੀ ਕਿ ਆਪ ਪੰਜਾਬ ਦੇ ਕਿਸੇ ਰਾਜਾ ਦੇ ਘਰਾਣੇ ਦੇ ਨੌਨਿਹਾਲ ਸਨ। ਦੇਖਣ ਵਾਲੇ ਦੱਸਦੇ ਹਨ ਕਿ ਆਪ ਦੀ ਸੂਰਤ ਪਵਿੱਤਰਤਾ ਦਾ ਨਕਸ਼ ਦਿਸ ਪੈਂਦੀ ਸੀ। ਦਰਸ਼ਨ ਕਰਦਿਆਂ ਅੱਖਾਂ ਪਰੇ ਨਹੀਂ ਸਨ ਹਟਦੀਆਂ। ਐਸੀ ਖਿੱਚ ਤੇ ਸੁੰਦਰਤਾ ਸੀ ਕਿ ਆਪ ਦੇ ਹੱਥ ਪੈਰ ਬੜੇ ਮੁਲਾਇਮ ਸਨ। ਸਰੀਰ ਦੀ ਬਨਾਵਟ ਰਾਜ ਕੁਲ ਦਾ ਪਤਾ ਲਾ ਦਿੰਦੀ ਸੀ। ਇਸ ਤਰ੍ਹਾਂ ਦੇ ਬਾਕਮਾਲ ਕਰਨੀ ਵਾਲੇ ਗੁਰਸਿੱਖ, ਗੁਰੂ ਕੇ ਲਾਲ, ਨਾਮ ਪ੍ਰੇਮੀ ਤੇ ਸੁਖਮਨੀ ਸਾਹਿਬ ਦੇ ਦਿਲ ਦਾਦੇ ਆਸ਼ਕ ਗੈਰ ਦੇਸ਼ ਵਿੱਚ ਪ੍ਰਚਾਰ ਕਰਦੇ ਤੇ ਜਗਤ ਨੂੰ ਸੁਖ ਦਿੰਦੇ। ਕਿਸ ਨਿਮਰਤਾ ਤੇ ਆਪਾਵਾਰ ਸਾਦਗੀ ਵਿੱਚ ਦਿਨ ਗੁਜ਼ਾਰ ਗਏ ਹਨ ਕਿ ਸਿੱਖਾਂ ਨੂੰ ਆਪਣੇ ਐਸੇ ਰਤਨਾਂ ਦਾ ਪਤਾ ਤੱਕ ਨਹੀਂ ਤੇ ਦੂਜਿਆਂ ਦੇ ਪਾਸੋਂ ਜਾ ਕੇ ਥੋ ਪਤੇ ਲੱਗਦੇ ਤੇ ਕਰਨੀਆਂ ਦੇ ਜਲਵੇ ਹੱਥ ਆਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।